ਗੁਰਮੁਖ ਪਿਆਰੇ, ਇੱਕ ਮੂਲ ਹੈ ਜਿਹਨੂੰ ਸੱਚ ਕਹਿੰਦੇ ਨੇ। ਇੱਕ ਮੂਲ ਮੰਤਰ ਹੈ। ਮੰਤਰ ਆਵਾਜ਼ ਹੁੰਦੀ ਹੈ ਸੱਚ ਦੇ ਮੁਖ ਦੇ ਵਿੱਚੋਂ ਨਿਕਲੀ ਹੋਈ ਆਵਾਜ਼, ਉਹਨੂੰ ਮੂਲ ਮੰਤਰ ਕਹਿੰਦੇ ਆ। ਇੱਕ ਮੂਲ ਹੈ, ਇੱਕ ਮੂਲ ਮੰਤਰ ਹੈ, ਇੱਕ ਬੀਜ ਮੰਤਰ ਹੈ। ਬੀਜ ਮੰਤਰ ਸਾਡੇ ਅੰਦਰ ਸਰੀਰ ਦੇ ਆਤਮਾ ਦੇ ਰੂਪ ਵਿੱਚ ਜੋ ਨਾਮ ਰੱਖਿਆ ਸੱਚੇ ਪਾਤਸ਼ਾਹ ਨੇ, ਉਹਨੂੰ ਬੀਜ ਮੰਤਰ ਕਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਨੇ, ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਜੋ ਸਾਡੇ ਅੰਦਰ ਆਤਮਾ ਦੇ ਰੂਪ ਵਿੱਚ ਪਰਮਾਤਮਾ ਨੇ ਜੋਤ ਰੱਖੀ ਹੈ, ਉਹ ਨਾਮ ਮੌਜੂਦ ਹੈ ਸਾਡੇ ਸਰੀਰ ਵਿੱਚ, ਉਹਨੂੰ ਬੀਜ ਮੰਤਰ ਕਹਿੰਦੇ। ਫਿਰ ਇੱਕ ਗੁਰਮੰਤਰ ਹੈ, ਜਿਵੇਂ ਲਿਖਿਆ ਹੋਇਆ ਵਾਹਿਗੁਰੂ ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ। ਫਿਰ ਗੁਰਬਾਣੀ ਹੈ। ਇਹ ਤਰਤੀਬ ਬਣਾਈ ਹੈ ਸੱਚੇ ਪਾਤਸ਼ਾਹ ਨੇ। ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਹੋ, ਵਿਚਾਰਦੇ ਹੋ, ਤੇ ਤੁਹਾਨੂੰ ਇਹ ਗੱਲ ਸਮਝ ਆ ਜਾਂਦੀ ਹੈ ਬਈ ਪਰਮਾਤਮਾ ਕਿੱਥੇ ਰਹਿੰਦਾ ਹੈ, ਪਰਮਾਤਮਾ ਦੀ ਸ਼ਕਲ ਕਹੀ ਜੀ ਹੈ, ਉਹਦੀ ਆਵਾਜ਼ ਕਹੀ ਜੀ ਹੈ। ਉਹ ਸਾਰਾ ਕੁਝ ਤੁਹਾਨੂੰ ਗੁਰਬਾਣੀ ਵਿੱਚ ਸਮਝ ਆ ਜਾਂਦਾ ਹੈ। ਜਦੋਂ ਸਾਨੂੰ ਗੁਰਬਾਣੀ ਵਿੱਚ ਪਰਮਾਤਮਾ ਦਾ ਸਾਰਾ ਸਿਸਟਮ ਸਮਝ ਆ ਜਾਂਦਾ, ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ ਨੇ। ਬਾਣੀ ਪੜ੍ਹ ਕੇ ਵਿਚਾਰ ਕੇ ਜਦੋਂ ਸਾਨੂੰ ਪਰਮਾਤਮਾ ਦਾ ਸਾਰਾ ਸਿਸਟਮ, ਇਸ ਸੰਸਾਰ ਦਾ ਸਾਰਾ ਸਿਸਟਮ ਪਤਾ ਲੱਗ ਜਾਂਦਾ ਵੀ ਸੰਸਾਰ ਕੀ ਹੈ, ਨਿਰੰਕਾਰ ਕੀ ਹੈ, ਇਹਨੂੰ ਬ੍ਰਹਮ ਦਾ ਗਿਆਨ ਕਿਹਾ। ਹੁਣ ਉਸ ਤੋਂ ਬਾਅਦ ਫਿਰ ਅਸੀਂ ਪਰਮਾਤਮਾ ਨੂੰ ਮਿਲਣ ਵਾਸਤੇ ਚੱਲਣਾ ਹੁੰਦਾ ਹੈ। ਨਿਰੰਕਾਰ ਦੇ ਦੇਸ਼ ਨੂੰ ਚੱਲਣਾ ਹੁੰਦਾ ਹੈ, ਇਸ ਮਾਇਆ ਦੇ ਦੇਸ਼ ਵਿੱਚੋਂ। ਆ ਜਿੱਥੇ ਹੁਣ ਅਸੀਂ ਬੈਠੇ ਹਾਂ, ਇਹਨੂੰ ਮਾਇਆ ਦਾ ਦੇਸ਼ ਕਹਿੰਦੇ ਆ। ਇਹ ਸਾਰਾ ਕਾਲ ਦੇ ਮਤਹਿਤ ਕੀਤਾ ਹੋਇਆ ਹੈ। ਕਹਿੰਦੇ ਖੰਡ ਪਤਾਲ ਦੀਪ ਸਭ ਲੋਆ, ਸਭ ਕਾਲੇ ਵਸ ਆਪ ਪ੍ਰਭ ਕੀਆ। ਅੱਜ ਜਿਸ ਇਲਾਕੇ ਵਿੱਚ ਤੁਸੀਂ ਬੈਠੇ ਹੋ, ਮਹਾਰਾਜ ਕਹਿੰਦੇ ਸਾਰਾ ਹੀ ਕਾਲ ਦੇ ਮਤਹਿਤ ਕੀਤਾ ਹੋਇਆ। ਇਸ ਇਲਾਕੇ ਵਿੱਚ 5 ਜਰਨੈਲ ਚੌਧਰੀ ਨੇ, ਕਹਿੰਦੇ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ। ਇਹ ਮਾਇਆ ਦੇ ਦੇਸ਼ ਵਿੱਚੋਂ ਅਸੀਂ ਆਪਣੇ ਘਰ ਨੂੰ, ਨਿਰੰਕਾਰ ਦੇ ਦੇਸ਼ ਨੂੰ ਚੱਲਣਾ ਹੁੰਦਾ ਹੈ। ਬਾਣੀ ਪੜ੍ਹ ਕੇ ਵਿਚਾਰ ਕੇ ਜਦੋਂ ਸਾਨੂੰ ਸਮਝ ਆ ਜਾਂਦੀ ਵੀ ਕਿਵੇਂ ਜਾਣਾ ਹੈ, ਫਿਰ ਜਦੋਂ ਅਸੀਂ ਬਾਣੀ ਪੜ੍ਹ ਕੇ ਵਿਚਾਰ ਲੈਂਦੇ, ਸਮਝ ਆਉਂਦੀ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਬਈ ਸਿਮਰਨ ਕਰਕੇ ਆਪਣੀ ਆਵਾਜ਼ ਨੂੰ ਸੁਣਿਆ ਕਰ, ਸਿਮਰਨ ਕਰਕੇ ਆਪਣੀ ਆਵਾਜ਼ ਵਿੱਚ ਧਿਆਨ ਰੱਖਿਆ ਕਰ। ਮਹਾਰਾਜ ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ ਰਸਨਾ ਉਚਰੈ, ਹਰ ਸਰਬਨੀ ਸੁਣੈ ਸੋ ਉਧਰੇ ਮੀਤਾ। ਜਦੋਂ ਤੁਸੀਂ ਮੁੱਖ ਨਾਲ ਸਿਮਰਨ ਕਰਦੇ ਹੋ, ਬੋਲਦੇ ਹੋ, ਕੰਨਾਂ ਨਾਲ ਸੁਣਨੀ ਹੈ ਆਵਾਜ਼। ਇਹ ਤਰੀਕਾ ਹੈ ਸਿਮਰਨ ਕਰਨ ਦਾ। ਜੇ ਇਸ ਤਰੀਕੇ ਨਾਲ ਤੁਸੀਂ ਸਿਮਰਨ ਕਰਦੇ ਹੋ ਤਾਂ ਮਾਇਆ ਦਾ ਦੇਸ਼ ਛੱਡ ਕੇ ਆਪਣੇ ਘਰ ਵੱਲ ਨੂੰ ਜਾਣੇ ਸ਼ੁਰੂ ਹੋ ਜਾਂਦੇ ਹੋ। ਗੁਰਬਾਣੀ ਤੋਂ ਬਾਅਦ ਫਿਰ ਗੁਰਮੰਤਰ ਆ ਜਾਂਦਾ ਹੈ। ਜਦੋਂ ਗੁਰਬਾਣੀ ਸਮਝ ਆ ਗਈ, ਫਿਰ ਗੁਰਮੰਤਰ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ। ਗੁਰਮੰਤਰ ਦਾ ਜਾਪ ਕਰਦਿਆਂ ਕਰਦਿਆਂ ਜਦੋਂ ਅਸੀਂ ਇਸ ਸੰਸਾਰ ਨੂੰ ਭੁੱਲ ਜਾਂਦੇ ਹਾਂ, ਮਾਇਆ ਦੇ ਦੇਸ਼ ਨੂੰ ਭੁੱਲ ਜਾਂਦੇ ਹਾਂ, ਇਸ ਕਾਲ ਦੇ ਦੇਸ਼ ਨੂੰ ਭੁੱਲ ਜਾਂਦੇ ਹਾਂ, ਫਿਰ ਅਸੀਂ ਅਫੁਰ ਅਵਸਥਾ ਵਿੱਚ, ਫੁਰਨਿਆਂ ਤੋਂ ਰਹਿਤ ਅਵਸਥਾ, ਜਦੋਂ ਕੋਈ ਵਿਚਾਰ ਫੁਰਨਾ ਨਹੀਂ ਹੁੰਦਾ, ਉੱਥੇ ਜਾ ਕੇ ਅਸੀਂ ਬੈਠ ਜਾਂਦੇ ਹਾਂ। ਅਫੁਰ ਅਵਸਥਾ ਵਿੱਚ ਜਾ ਕੇ ਅਸੀਂ ਜਦੋਂ ਬੈਠਦੇ ਹਾਂ, ਉੱਥੋਂ ਫਿਰ ਅਨਹਦ ਸ਼ਬਦ, ਬਹੁਤ ਸਾਰੇ ਸ਼ਬਦ ਪ੍ਰਗਟ ਹੋ ਜਾਂਦੇ ਨੇ। ਕਹਿੰਦੇ ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ। ਜਦੋਂ ਸਿਮਰਨ ਕਰਦੇ ਹਾਂ, ਅਸੀਂ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣਦੇ ਹਾਂ। ਅਸੀਂ ਫਿਰ ਸਹਿਜ ਵਿੱਚ ਜਾ ਕੇ, ਉਹਨੂੰ ਸਹਿਜ ਵੀ ਕਹਿੰਦੇ ਆ। ਜਿੱਥੇ ਕੋਈ ਫੁਰਨਾ ਨਹੀਂ ਹੈ, ਉਹਨੂੰ ਸੁੰਨ ਵੀ ਕਹਿੰਦੇ ਆ। ਜਿੱਥੇ ਕੋਈ ਫੁਰਨਾ ਨਹੀਂ ਹੈ, ਅਚੇਤ ਅਵਸਥਾ, ਸੰਸਾਰ ਨੂੰ ਭੁੱਲ ਜਾਂਦੇ ਹਾਂ। ਸਿਮਰਨ ਕਰਦੇ ਕਰਦੇ ਅਫੁਰ ਅਵਸਥਾ ਵਿੱਚ ਜਾ ਕੇ, ਸੁੰਨ ਵਿੱਚ ਜਾ ਕੇ ਬੈਠ ਜਾਂਦੇ ਹੋ। ਉੱਥੇ ਅਨਹਦ ਸ਼ਬਦ ਪ੍ਰਗਟ ਹੋ ਜਾਂਦੇ ਨੇ।
ਜਦੋਂ ਅਨਹਦ ਸ਼ਬਦ ਬਾਜੇ ਸ਼ਬਦ ਘਨੇਰੇ ਵੀ ਕਿਹਾ, ਉਹ ਜਦੋਂ ਸ਼ਬਦ ਪ੍ਰਗਟ ਹੁੰਦੇ ਆ ਮਹਾਰਾਜ ਕਹਿੰਦੇ ਉਹਨੂੰ ਕਹਿੰਦੇ ਆ ਬੀਜ ਮੰਤਰ। ਉਹ ਬੀਜ ਮੰਤਰ, ਉਹ ਨਾਮ ਜੋ ਤੁਹਾਡੇ ਅੰਦਰ ਸਰੀਰ ਦੇ ਪ੍ਰਮਾਤਮਾ ਨੇ ਰੱਖਿਆ, ਜਿਹਨੂੰ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸਕਾ ਵਿਸ਼ਰਾਮ, ਉਸ ਨਾਮ ਤੱਕ ਸਾਡਾ ਮਨ ਪਹੁੰਚ ਜਾਂਦਾ, ਉਹ ਸੁਣਨੇ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਉਹਨਾਂ ਅਨਹਦ ਸ਼ਬਦਾਂ ਨੂੰ ਸੁਣਦਿਆਂ ਹੀ ਅਸੀਂ ਸਰੀਰ ਵਿੱਚੋਂ ਨਿਕਲਣਾ ਹੁੰਦਾ। ਉਹਨਾਂ ਅਨਹਦ ਸ਼ਬਦਾਂ ਨੂੰ ਸੁਣਦਿਆਂ ਹੀ ਸਾਡੇ ਮਨ ਨੇ ਇਹ ਜਿਹੜਾ ਨਾਭ ਘਾਟ ਤੋਂ ਲੈ ਕੇ ਸੁਣਨ ਦੇ ਘਾਟ ਤੱਕ ਦਾ ਸਫ਼ਰ ਹੈ ਭਵ ਸਾਗਰ ਪਾਰ ਕਰਨਾ। ਉਹਨਾਂ ਅਨਹਦ ਸ਼ਬਦਾਂ ਨੂੰ ਸੁਣਦਿਆਂ ਉਹਨੂੰ ਬੀਜ ਮੰਤਰ ਕਹਿੰਦੇ ਆ। ਉਹ ਸਾਡੇ ਅੰਦਰ ਆਤਮਾ ਦੇ ਰੂਪ ਵਿੱਚ ਬੀਜ ਬੀਜਿਆ। ਜਿਵੇਂ ਕਈ ਵਾਰੀ ਕਿਸਾਨ ਬੀਜ ਬੀਜਦਾ ਖੇਤ ਦੇ ਵਿੱਚ, ਫਿਰ ਉਹਦੀ ਗੋਡੀ ਕਰਦਾ, ਗੰਦਮੰਦ ਪੱਟ ਕੇ ਬਾਹਰ ਸੁੱਟਦਾ ਹੈ, ਤਾਂ ਜਾ ਕੇ ਫਿਰ ਉਹ ਫਸਲ ਹੁੰਦੀ ਹੈ, ਉੱਗਦੀ ਹੈ। ਇਸੇ ਤਰ੍ਹਾਂ ਸਾਡੇ ਅੰਦਰ ਨਾਮ ਦਾ ਬੀਜ ਬੀਜ ਕੇ ਸੱਚੇ ਪਾਤਸ਼ਾਹ ਨੇ ਇਸ ਮਨ ਦੀ ਡਿਊਟੀ ਲਾ ਦਿੱਤੀ ਵੀ ਇੱਥੇ ਗੰਦਮੰਦ ਪੱਟ ਕੇ ਬਾਹਰ ਸੁੱਟ ਦਿਆ ਕਰ। ਕਹਿੰਦੇ ਧਰਤ ਕਾਇਆ ਸਾਧ ਕੇ ਵਿੱਚ ਦੇਹ ਕਰਤਾ ਵੀ। ਇਸ ਸਰੀਰ ਰੂਪੀ ਖੇਤ ਨੂੰ ਤਿਆਰ ਕਰਕੇ ਮਹਾਰਾਜ ਨੇ ਨਾਮ ਦਾ ਬੀਜ ਬੀਜਿਆ, ਮਨ ਦੀ ਡਿਊਟੀ ਲਾ ਦਿੱਤੀ ਹੈ ਕਿ ਇਹਦੇ ਵਿੱਚ ਗੰਦਮੰਦ ਪੱਟ ਕੇ ਬਾਹਰ ਸਿੱਟਿਆ ਕਰ। ਮਨ ਨੂੰ ਰਾਖਾ ਬਣਾ ਕੇ ਇਸ ਸਰੀਰ ਵਿੱਚ ਬਿਠਾਇਆ। ਜਿਉਂ ਰਾਖਾ ਖੇਤ ਉੱਪਰ ਪਰਾਏ, ਖੇਤ ਖਸਮ ਕਾ ਰਾਖਾ ਉੱਠ ਜਾਏ। ਹੁਣ ਜਿਹੜਾ ਰਾਖਾ ਹੈ ਉਹਦੀ ਡਿਊਟੀ ਬਣਦੀ ਹੈ ਵੀ ਖੇਤ ਵਿੱਚੋਂ ਗੰਦਮੰਦ ਉੱਗਦਾ ਜਿਹੜਾ ਪੱਟੇ, ਗੰਦਮੰਦ ਕਾਮ ਕਰੋ ਤਾਂ ਲੋਭ ਹੰਕਾਰ ਦੇ ਵਿਚਾਰ ਉੱਗਦੇ ਅੰਦਰੋਂ ਸਰੀਰ ਦੇ ਪੱਟ ਕੇ ਸਿੱਟਣ। ਉਹ ਸ਼ਾਸਤਰ ਦੇ ਦਿੱਤਾ, ਜਿਵੇਂ ਰੰਬਾ ਦੇ ਦਿੰਦੇ ਅਸੀਂ ਖੁਰਪਾ ਉਹਨੂੰ ਰਾਖੇ ਨੂੰ। ਸੱਚੇ ਪਾਤਸ਼ਾਹ ਨੇ ਵਾਹਿਗੁਰੂ ਗੁਰਮੰਤਰ ਸ਼ਬਦ ਇਹਨੂੰ ਸ਼ਾਸਤਰ ਦੇ ਦਿੱਤਾ ਵੀ ਜਦੋਂ ਤੈਨੂੰ ਵਿਚਾਰ ਗੰਦਮੰਦ ਉੱਗੇ ਨਾ, ਇਹ ਪੱਟ ਦਿਆ ਕਰ, ਨਾਲ ਦੀਆਂ ਪੱਟ ਕੇ ਸਿੱਟੀ ਜਾਇਆ ਕਰ। ਫਿਰ ਜਿਹੜੀ ਉਹ ਅੰਦਰ ਫਸਲ ਉੱਗ ਪਵੇਗੀ, ਉਹ ਜਿਹੜਾ ਬੀਜ ਬੀਜਿਆ ਉੱਗ ਪਵੇਗਾ। ਜਦੋਂ ਅਸੀਂ ਸਿਮਰਨ ਕਰਦੇ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣ ਕੇ, ਜਦੋਂ ਅਸੀਂ ਸਹਿਜ ਵਿੱਚ ਚਲੇ ਜਾਂਦੇ ਹਾਂ, ਅਪੂਰਵ ਅਵਸਥਾ ਵਿੱਚ ਸੁਣ ਵਿੱਚ ਜਾਂਦੇ, ਉੱਥੋਂ ਫਿਰ ਸ਼ਬਦ ਪ੍ਰਗਟ ਹੋ ਜਾਂਦੇ ਨੇ, ਉਹ ਬੀਜ ਉੱਗ ਪੈਂਦਾ। ਉਸ ਅਨਹਦ ਸ਼ਬਦਾਂ ਨੂੰ ਸੁਣਦਿਆਂ ਸਾਡਾ ਮਨ ਆ ਜਿਹੜਾ ਸੁਣਦਾ ਘਾਟ ਹੈ ਐਨਕਾਂ ਟੇਕਦੇ ਉੱਪਰ ਪਿਆ ਇੱਥੇ ਤੱਕ ਪਹੁੰਚ ਜਾਂਦਾ ਹੈ। ਇੱਥੋਂ ਫਿਰ ਬੀਜ ਮੰਤਰ ਤੋਂ ਬਾਅਦ ਫਿਰ ਮੂਲ ਮੰਤਰ। ਮੂਲ ਮੰਤਰ, ਇੱਕ ਤਾਂ ਮੂਲ ਮੰਤਰ ਹੈਗਾ ਗੁਰਬਾਣੀ ਵਿੱਚ ਲਿਖਿਆ ਹੋਇਆ, ਸ਼ਬਦਾਂ ਵਿੱਚ ਲਿਖਿਆ ਹੋਇਆ, ਉਹਨੂੰ ਮੂਲ ਮੰਤਰ ਕਹਿੰਦੇ ਨੇ। ਇੱਕ ਮੂਲ ਮੰਤਰ ਪਾਵਰ ਹੈ, ਇੱਕ ਸ਼ਬਦਾਂ ਵਿੱਚ, ਇੱਕ ਪ੍ਰੈਕਟੀਕਲ, ਦੋ ਚੀਜ਼ਾਂ ਨੇ, ਇੱਕ ਥਿਓਰੈਟੀਕਲ ਹੈ, ਇੱਕ ਪ੍ਰੈਕਟੀਕਲ ਹੈ। ਜਿਵੇਂ ਇੱਕ ਬਿਜਲੀ ਲਿਖੀ ਹੁੰਦੀ ਹੈ, ਇੱਕ ਬਿਜਲੀ ਉਹ ਕਰੰਟ ਹੁੰਦਾ ਜਿਹਦੇ ਨਾਲ ਪੱਖਾ ਚੱਲਦਾ, ਫਰਿੱਜ ਚੱਲਦਾ। ਇੱਕ ਲਿਖੀ ਹੋਈ ਬਿਜਲੀ ਹੈ। ਮਾਰੇ ਕਹਿੰਦੇ ਸ਼ਬਦਾਂ ਮਾਹੇ ਬਖਾਣੀਏ ਬਿਰਲਾ ਤਾਂ ਬੁੱਝੇ। ਕੋਈ ਸ਼ਬਦਾਂ ਦੇ ਵਿੱਚ ਸਮਝਾਇਆ ਗੁਰਬਾਣੀ ਦੇ ਵਿੱਚ, ਪਰ ਜਿਹੜਾ ਮੂਲ ਮੰਤਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮੂਲ ਮੰਤਰ ਇੱਕ ਪਾਵਰ ਹੈ, ਉਹ ਸ਼ਕਤੀ ਹੈ, ਜਿਹਦੇ ਆਸਰੇ ਨਾਲ ਖੰਡ ਬ੍ਰਹਿਮੰਡ ਖੜੇ ਨੇ। ਕਹਿੰਦੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲ ਜੰਤ, ਜਿੰਨੇ ਵੀ ਜੀਵ ਜੰਤੂਆਂ ਦੇ ਵਿੱਚੋਂ ਆਤਮਾ ਦੇ ਰੂਪ ਵਿੱਚੋਂ ਚੱਲ ਰਿਹਾ, ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਚੱਲ ਰਿਹਾ, ਉਹਨੂੰ ਮੂਲ ਮੰਤਰ ਕਹਿੰਦੇ ਆ। ਫਿਰ ਅਸੀਂ ਜਦੋਂ ਸਰੀਰ ਤੋਂ ਬਾਹਰ ਮਨ ਜਾਂਦਾ, ਫਿਰ ਸਾਡਾ ਮੂਲ ਮੰਤਰ ਨੂੰ ਫੜ ਲੈਂਦਾ। ਮੂਲ ਮੰਤਰ ਤੋਂ ਬਾਅਦ ਫਿਰ ਮੂਲ ਆ ਗਿਆ। ਮੂਲ ਕਹਿੰਦੇ ਆ ਸੱਚ ਨੂੰ। ਫਿਰ ਅਸੀਂ ਸੱਚ ਵਿੱਚ ਸਮਾ ਜਾਂਦੇ ਉਸ ਮੂਲ ਮੰਤਰ ਨੂੰ ਫੜ ਕੇ। ਕਹਿੰਦੇ ਗੁਰ ਸ਼ਬਦ ਸਮਾਵੈ ਬੂਝੇ ਹਰ ਸੋਈ। ਇਸ ਤਰ੍ਹਾਂ ਦਾ ਮਹਾਰਾਜ ਨੇ ਸਾਨੂੰ ਇਹ ਸਾਰਾ ਸਫ਼ਰ ਸਮਝਾਇਆ ਹੈ ਵੀ ਗੁਰਬਾਣੀ, ਜਦੋਂ ਅਸੀਂ ਇੱਥੇ ਸੰਸਾਰ ਵਿੱਚ ਆ ਜਾਂਦੇ ਹਾਂ ਸਾਰਾ ਕੁਛ ਭੁੱਲ ਜਾਂਦੇ ਹਾਂ। ਕਹਿੰਦੇ ਮਨ ਭੁੱਲੋ ਮਾਇਆ ਘਰ ਜਾਏ। ਸੰਸਾਰ ਵਿੱਚ ਆ ਕੇ, ਮਾਇਆ ਦੇ ਦੇਸ਼ ਵਿੱਚ ਜਾ ਕੇ ਭੁੱਲ ਗਏ ਅਸੀਂ ਕਿੱਥੋਂ ਆਏ ਹਾਂ, ਕੌਣ ਆ, ਅਸੀਂ ਕੀ ਕਰਨ ਆਏ ਸੀ। ਤਾਂ ਮੈਂ ਇਹੀ ਸਮਝ ਰਹੇ ਹਾਂ ਵੀ ਅਸੀਂ ਰੋਟੀਆਂ ਖਾਣ ਆਏ ਹਾਂ, ਕੰਮ ਕਰ ਲਿਆ, ਰੋਟੀਆਂ ਖਾ ਲਈਆਂ। ਬਾਰੇ ਕਹਿੰਦੇ ਨਹੀਂ, ਜੇ ਤੁਹਾਡੇ ਮਨ ਵਿੱਚ ਇਹ ਵਿਚਾਰਧਾਰਾ ਕਿ ਤੁਸੀਂ ਇੱਥੇ ਕੰਮ ਕਰਕੇ ਰੋਟੀਆਂ ਖਾਣਾ, ਫਿਰ ਤੁਸੀਂ ਪਸ਼ੂ ਹੋ। ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ, ਜਿਨ ਕੀਤੇ ਤਿਸੇ ਨਾ ਜਾਣਨੀ ਬਿਨ ਨਾਮੇ ਸਭ ਤੋਂ। ਜਿਹਨੇ ਤੁਹਾਨੂੰ ਭੇਜਿਆ ਇੱਥੇ ਉਹਨੂੰ ਤੁਹਾਨੂੰ ਜਾਣਦੇ ਨੇ, ਪਰਮਾਤਮਾ ਨੂੰ ਜਾਣਦੇ ਨੇ, ਵਾਹਿਗੁਰੂ ਨੂੰ ਜਾਣਦੇ ਨਹੀਂ ਹੈਗੇ, ਉਹੀ ਤੁਹਾਡਾ ਪਿਤਾ ਹੈ। ਇਹ ਮਹਾਰਾਜ ਕਹਿੰਦੇ ਜਿਹੜੇ ਆਹ ਮਾਤਾ ਪਿਤਾ ਕਹਿੰਦੇ ਤੁਹਾਡੇ ਸੰਜੋਗੀ ਨੇ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋਈ ਨਾ ਸਾਈ। ਇਹਨਾਂ ਨੇ ਤੁਹਾਡਾ ਕਿਸੇ ਨੇ ਸਾਥ ਨਹੀਂ ਦੇਣਾ। ਇੱਥੇ ਆ ਕੇ ਜਦੋਂ ਅਸੀਂ ਸਾਰਾ ਕੁਝ ਭੁੱਲ ਜਾਂਦੇ ਹਾਂ, ਫਿਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਰੂਪ ਵਿੱਚ ਸਾਨੂੰ ਲਿਖ ਕੇ ਰੱਖਿਆ ਇੱਥੇ ਵੀ ਗੁਰਬਾਣੀ ਪੜ੍ਹ ਕੇ ਤੁਹਾਨੂੰ ਭੇਤ ਖੁੱਲ੍ਹ ਜਾਏਗਾ ਵੀ ਤੁਹਾਡਾ ਮਾਤਾ ਪਿਤਾ ਵਾਹਿਗੁਰੂ ਕਿੱਥੇ ਰਹਿੰਦਾ। ਫਿਰ ਜਦੋਂ ਤੁਸੀਂ ਬਾਣੀ ਪੜ੍ਹ ਕੇ ਉਹਦੀ ਸੋਝੀ ਆ ਜਾਏਗੀ, ਫਿਰ ਗੁਰਮੰਤਰ ਤੁਹਾਨੂੰ ਸਮਝਾ ਦੇਣਗੇ, ਇਹਨੂੰ ਜਪਿਆ ਕਰ। ਜਪ ਕੇ ਇਸ ਸੰਸਾਰ ਨੂੰ ਭੁੱਲ ਕੇ ਅਪੂਰਵ ਅਵਸਥਾ ਵਿੱਚ, ਅਚੇਤ ਅਵਸਥਾ ਬੈਠੇ ਹੋ ਤੁਸੀਂ,
शब्द प्रगट हो जाने, उन्होंने फड़ के अपने घर निरंकार दे देश विच नूं चले जाना, अपने माता पिता नूं मिल लेना। ये जिहड़ा काम है असीं जिउंदिਆਂ जिउंदिਆਂ करना हुंदा है। जिन्ना समा तुहानूं शरीर विच मिलिया उन्ने समय दे विच विच सच्चे पातशाह कहंदे करना। जेकर समा मुक गया फिर वो समा हथ विचों निकल जाता है। कहंदे अब पछताए कहाँ होत अब के पछताए, कहाँ होत अब के पछताए, छूटत नाई न भाग्यो। फिर जो जमदूत आके फड़ लेंदे फिर उन्हां तो छुट के नहीं भज सकदा, फिर समा निकल जाता। वो तो पहला असीं अपने घर नूं जाना सीखना है। काहदे नाल जाना सीखना है? गुरमंत्र दा जाप करके करो शुरू। वाहिगुरू 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 वाहिगुरू। सच्चे पातशाह ने समझाउणा कीता है भी अगर तुहाडे बाणी नहीं समझ विच आउंदी, कई बार ऐ हुंदा ना किसी जगह का एड्रैस सानूं चंगी तरह समझ विच नहीं आउंदा हैगा। किसी जगह असीं चाहे चंडीगढ़ जाना है या किते होर जाना है अमृतसर, सानूं चंगी तरह एड्रैस समझ विच नहीं आ रहा, फिर कोई गुरमुख कहंदा भी तूं उत्थे ते जाण वाली बस 'च बह जा, आ लुधियाने तो ना उहदी बस 'च बह जा, किसी पासे सोचण दी बस 'च बैठा रही, तैनूं अमृतसर जाके चल। इस तरह महाराज कहंदे जे तेरे गुरबाणी समझ विच नहीं आउंदी फिर सिमरन कर कल्ला। कहंदे जो प्राणी गोबिंद ध्यावे पढ़िया अनपढ़िया परमगत पावे। महाराज ने भी फैसला कर दिता भी जे तेरे दिमाग में भी मैनू बाणी समझ विच नहीं आउंदी, मेरे समझ विच एड्रैस नहीं आउंदा, फिर उत्थे नूं जाण वाली बस 'च बह जा। कहंदे वाहिगुरू नाम जहाज है चढ़े सोतरे पार, इस माया के देश विचों चढ़ा के उन्हें तेनों निरंकार के देश में उतार देना। वाहिगुरू ने सिमरन करदे उत्थे पहुँच जाऊगा। सो जेकर बाणी नूं विचार सकते हो, पढ़ सकते हो, महाराज कहंदे फिर दूसरे नूं भी एड्रैस समझा सकते हो। ताको समझावन जाइए जे को भुला हो, जे कोई भुलिया होया महाराज कहंदे उन्होंने विचार के दस सकते हो भाई तेरा माता पिता तेरे शरीर तो छड्ड के जिन्ना खाली खला है ये सारा तेरे माता पिता का देश है। तू जो शरीर विच प्रवेश कर जाना है तो अपने माता पिता के देश नूं भुल जाना हैगा, उहदी शक्ल भुल जाना है, उहदी आवाज़ की पछाण नहीं तैनूं रहिंदी। इस करके महाराज कहंदे एक बारी शरीर विचों निकल के इस खाली खला दे विच आके देख, तैनूं फिर पता लग जूगा जिहड़ा तेरे माता पिता का देश है उन्होंने बेगमपुरा शहर कहते हैं। सतगुरु रविदास महाराज कहते बेगमपुरा शहर को नौ दुख अंदो ना ही तैठो। शरीर विचों निकल के इस खाली खला जिहड़ा तुहाडे आले दुआले शरीर दे विच आ जाण नूं ही मौत कहते हैं। महाराज कहते मरना शब्द सुन के लोग डर जाते हैं। कहते मरने ते जगत डरे, जीविया लोड़े सब कोई, सारे जीवदा रहना चाहुंदे आ। पर जदों असीं सिमरन करके शरीर तो अलग हो के इस खाली खला विच आके देखिया तो सानू परम आनंद की प्राप्ति हुंदी है, महान सुख की प्राप्ति हुंदी है। ये जिहड़ा शरीर है महाराज कहंदे ये दुखों की नगरी है। इत्थे जदों तुसीं आ जाते हो फिर दुखों दे विच घिर जाते। कहंदे नानक दुखिया सब संसार सो सुखिया जिस नाम आधार। इस दुखों की नगरी विचों निकलण वास्ते मन तां किसी दा करदा नहीं, इस करके नहीं करता क्योंकि मरना शब्द साडे लई एक भयभीत करने वाला शब्द है। क्योंकि असीं मरदे देखे ने, जलदे देखे ने,
पर जदों असी आप खुद मर के देखिया, मैं कई बार विचार करदा हुंदा भी जे कोई जंगल बियाबान होवे ਉਹਦੇ ਵਿੱਚ ਡਰਨ ਵੜਨ ਨੂੰ ਜੀ नहीं करता भी पता नहीं कि शेर वगैरे होंगे, पर जदों कोई हौसला करके अंदर जाके देखिया किसी ने कहना यार अंदर दा झीलां ने, अंदर दा बहुत वधिया झरने चल रहे हैं, तो फिर उन्हें रौला पा दिता बाहर आके बई तुसीं अंदर वड़न तो डरदे, अंदर दा बहुत वधिया आनंदमई झरने चलते झीलां ने। इस तरह कबीर भगत जी ने जदों फिर इस इलाके में आ जो खाली खला साडे शरीर के आले दुआले शरीर विचों निकल के इत्थे आके देखिया, कबीर भगत जी ने रौला पा दिता। की करते कई समझाते हैं, कहना कबीर जिस मरने ते जग डरे मेरे मन आनंद, मरने ही ते पाईए पूर्ण परमानंद। जिस मरण तो सारा संसार डरदा मेरे मन में आनंद है। मरण के नाल ही शरीर छड्डण दे नाल ही इस खाली खला में आ जाण दे नाल ही परम आनंद की प्राप्ति होंदी है, महान सुख की प्राप्ति होंदी है। इस इलाके में सुख ही सुख है, दुख नहीं है। जदों बंदा मरदा इत्थों निकल के इत्थे ही चला जाता है। आही आ निरंकार का देश है। मारे कहने हर मंदिर इहो जगत है, गुरबिन घोर अंधार, यह जग सच्चे की कोठड़ी कि सच्चे का विच वास। सो इत्थे जाण वास्ते बंदगी करनी पैंदी है, सिमरन करना पैंदा। करो जी शुरू वाहिगुरू वाहिगुरू वाहिगुरू।